हाँ जी बेटा। बेटा अज आपां पढ़ांगे करुंबलां। करुंबलां किताब दे विच पाठ नंबर 5 जिस दा नां है बसदे रवो ते उजड़ जावो। ये जो किताब दा संपादक है उहदा लिखिया होया है जसवीर कौर ते नरिंदर सिंह दुग्गल। ठीक है बेटा, ये एक साखी है। साखी की हुंदी है? जो गुरु संत महात्मा द्वारा कोई कहानी लिखी गई हुंदी है उहनूं साखी कहा जाता हैगा। ਇਹਦੇ ਵਿੱਚ ਲੇਖਕ ਨੇ ਗੁਰੂ ਨਾਨਕ ਦੇਵ ਜੀ ਦੀ ਸੋਚ ਦੇ ਉੱਪਰ ਚਾਨਣਾ ਪਾਇਆ ਹੈ। ਵੀ ਕਹਿੰਦੇ ਗੁਰੂ ਨਾਨਕ ਦੇਵ ਜੀ ਦੀ ਸੋਚ ਇਹ ਸੀ ਵੀ ਜੋ ਮਾੜੇ ਲੋਕ ਹੈ ਉਹਨਾਂ ਦਾ ਇੱਕ ਥਾਂ ਹੀ ਰਹਿਣਾ ਚੰਗਾ ਹੁੰਦਾ ਹੈ, ਕਿਉਂਕਿ ਉਹ ਜਿੱਥੇ ਵੀ ਜਾਣਗੇ ਆਪਦੀ ਬੁਰਾਈ ਹੀ ਵੰਡਣਗੇ। ਠੀਕ ਹੈ, ਵੀ ਜਿੱਥੇ ਵੀ ਜਾਣਗੇ ਉਹ ਆਪਣੇ ਵਰਗੇ ਬੁਰੇ ਲੋਕ ਹੀ ਬਣਾਉਣਗੇ, ਅਤੇ ਜਿਹੜੇ ਚੰਗੇ ਬੰਦੇ ਹੁੰਦੇ ਆ ਉਹ ਹਮੇਸ਼ਾ ਹੀ ਚੰਗੇ ਰਹਿੰਦੇ ਹੈ। ਉਹਨਾਂ ਨੂੰ ਹਰ ਕੋਈ ਆਪਣੇ ਨਾਲ ਉਹਨਾਂ ਨਾਲ ਹਰ ਕੋਈ ਪਿਆਰ ਕਰੇਗਾ ਅਤੇ ਉਹਨਾਂ ਨੂੰ ਆਪਣੀ ਗੱਲ ਨਾਲ ਲਾਵੇਗਾ। ਭਾਵ ਚੰਗੇ ਲੋਕ ਅਗਰ ਕਿਤੇ ਜਾਂਦੇ ਵੀ ਹੈ ਤਾਂ ਉਹ ਆਪਣੇ ਵਰਗੇ ਹੀ ਲੋਕ ਹੈ ਜੋ ਬਣਾਉਂਦੇ ਹੈ। ਠੀਕ ਹੈ ਬੇਟਾ, ਹੁਣ ਇਹ ਸਾਖੀ ਦੇ ਵਿੱਚ ਇਹੀ ਦਰਸਾਇਆ ਗਿਆ ਹੈ ਕਿ ਗੁਰੂ ਨਾਨਕ ਦੇਵ ਜੀ 2 ਪਿੰਡਾਂ ਵਿੱਚ ਜਾਂਦੇ ਹੈ। ਇੱਕ ਪਿੰਡ ਦੇ ਲੋਕ ਬਹੁਤ ਬੁਰੇ ਹੁੰਦੇ ਹੈ, ਉਹਨਾਂ ਨੂੰ ਉਹ ਅਸੀਸ ਦਿੰਦੇ ਹੈ ਬਸਦੇ ਰਹੋ। ਅਤੇ ਇੱਕ ਪਿੰਡ ਦੇ ਲੋਕ ਬਹੁਤ ਚੰਗੇ ਹੁੰਦੇ ਹੈ, ਉਹਨਾਂ ਨੂੰ ਕਹਿੰਦੇ ਆ ਉੱਜੜਦੇ ਰਹੋ। ਠੀਕ ਹੈ, ਵੀ ਗੁਰੂ ਨਾਨਕ ਦੇਵ ਜੀ ਨੇ ਬੁਰੇ ਲੋਕਾਂ ਨੂੰ ਬਸਦੇ ਰਹਿਣ ਦੀ ਅਤੇ ਚੰਗੇ ਲੋਕਾਂ ਨੂੰ ਉੱਜੜਦੇ ਰਹਿਣ ਦੀ ਅਸੀਸ ਜਿਹੜੀ ਕਿਉਂ ਦਿੱਤੀ ਸੀ, ਕਿਉਂ ਇਹ ਆਸ਼ੀਰਵਾਦ ਦਿੱਤਾ ਸੀ, ਉਹ ਆਪਾਂ ਕਹਾਣੀ ਦੇ ਵਿੱਚ ਵੇਖਦੇ ਹਾਂ। ਦੇਖਾਂ ਬੇਟਾ, ਫਿੰਗਰ ਔਨ ਯੂਅਰ। ਸਭ ਤੋਂ ਪਹਿਲਾਂ ਆਪਣੀ ਫਿੰਗਰ ਰੱਖੋ ਫਸਟ ਲਾਈਨ 'ਤੇ। ਆਪਣੀਆਂ ਉਦਾਸੀਆਂ ਦੌਰਾਨ ਘੁੰਮਦੇ ਘੁਮਾਉਂਦੇ ਬਾਬਾ ਜੀ ਅਤੇ ਮਰਦਾਨਾ ਇੱਕ ਪਿੰਡ ਦੇ ਬਾਹਰ ਪੁੱਜੇ। ਮਰਦਾਨਾ ਭੁੱਖ ਨਾਲ ਵਿਆਕੂਲ, ਦੇਖੋ ਆ ਸ਼ਬਦ ਆ ਰਹੇ ਹੈ ਨਾ, ਜਿੱਦਾਂ ਉਦਾਸੀਆਂ, ਵਿਆਕੂਲ। ਠੀਕ ਹੈ, ਉਦਾਸੀਆਂ ਦਾ ਅਰਥ ਹੁੰਦਾ ਬੇਟਾ ਯਾਤਰਾ, ਭਾਵ ਇੱਕ ਥਾਂ ਤੋਂ ਦੂਜੀ ਥਾਂ 'ਤੇ ਘੁੰਮਦੇ ਹੋਏ ਜਾਣਾ। ਅਤੇ ਵਿਆਕੂਲ ਦਾ ਅਰਥ ਹੁੰਦਾ ਬਹੁਤ ਬੁਰੀ ਤਰ੍ਹਾਂ ਨਾਲ। ਠੀਕ ਹੈ, ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀ, ਜਿੱਦਾਂ ਉਹਦਾ ਬੁਰਾ ਹਾਲ ਹੋ ਰਿਹਾ ਸੀਗਾ। ਵਿਆਕੁਲ ਮੈਨੇ ਬੁਰਾ ਹਾਲ। ਉਸ ਨੇ ਗੁਰੂ ਜੀ ਕੋਲੋਂ ਪਿੰਡ ਵਿੱਚ ਜਾ ਕੇ ਕੁਝ ਖਾਣ ਪੀਣ ਵਾਸਤੇ ਆਗਿਆ ਮੰਗੀ। ਗੁਰੂ ਜੀ ਕੋਲੋਂ ਆਗਿਆ ਪਾ ਕੇ ਮਰਦਾਨਾ ਉਸ ਪਿੰਡ ਵਿੱਚ ਪੁੱਜਾ। ਜਦੋਂ ਮਰਦਾਨੇ ਨੇ ਪਿੰਡ ਵਾਲਿਆਂ ਕੋਲੋਂ ਕੁਝ ਖਾਣ ਵਾਸਤੇ ਮੰਗਿਆ ਤਾਂ ਲੋਕ ਉਸ ਦੇ ਪਿੱਛੇ ਪੈ ਗਏ ਅਤੇ ਉਸ ਨੂੰ ਗਾਲਾਂ ਕੱਢਣ ਲੱਗੇ ਅਤੇ ਮਾਰਨ ਲਈ ਦੌੜੇ। ਮਰਦਾਨੇ ਨੇ ਜਦੋਂ ਲੋਕਾਂ ਦੇ ਵਤੀਰੇ ਬਾਰੇ ਬਾਬਾ ਜੀ ਨੂੰ ਦੱਸਿਆ, ਹੁਣ ਦੇਖੋ ਵਤੀਰੇ ਦਾ ਮਤਲਬ ਕੀ ਹੁੰਦਾ ਹੈ, ਵਿਵਹਾਰ। ਠੀਕ ਹੈ, ਸਲੂਕ ਬਾਰੇ ਦੱਸਿਆ ਤਾਂ ਉਹ ਮੁਸਕਰਾ ਪਏ। ਥੋੜ੍ਹੀ ਦੇਰ ਵਿੱਚ ਉਹ ਲੋਕ ਉੱਥੇ ਵੀ ਪੁੱਜ ਗਏ ਅਤੇ ਬਾਬਾ ਜੀ ਨੂੰ ਬੁਰਾ ਭਲਾ ਕਹਿਣ ਲੱਗੇ। ਬਾਬਾ ਜੀ ਨੇ ਉਹਨਾਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ, ਭਾਈ ਸੱਜਣੋ ਬਸਦੇ ਰਹੋ, ਬਸਦੇ ਰਹੋ। ਹਾਂਜੀ ਬੇਟਾ, ਇਹਦੇ ਵਿੱਚ ਸਾਨੂੰ ਕੀ ਦੱਸਿਆ ਵੀ ਗੁਰੂ ਨਾਨਕ ਦੇਵ ਜੀ ਆਪਣੀ ਜਦੋਂ ਯਾਤਰਾ ਕਰ ਰਹੇ ਸੀ ਤਾਂ ਇੱਕ ਅਜਿਹੇ ਪਿੰਡ ਵਿੱਚ ਜੋ ਯਾਤਰਾ ਕਰਦੇ ਕਰਦੇ ਇੱਕ ਪਿੰਡ ਵਿੱਚ ਪਹੁੰਚੇ। ਕਿਉਂਕਿ ਪਹਿਲਾਂ ਬੇਟਾ ਆਵਾਜਾਈ ਦੇ ਸਾਧਨ ਸੀ ਜਿਹੜੇ ਉਹ ਇੰਨੇ ਜ਼ਿਆਦਾ ਨਹੀਂ ਹੁੰਦੇ ਸੀਗੇ, ਤਾਂ ਲੋਕ ਇੱਕ ਥਾਂ ਤੋਂ ਦੂਜੀ ਥਾਂ 'ਤੇ ਪੈਦਲ ਜਾਂਦੇ ਸੀ। ਗੁਰੂ ਨਾਨਕ ਦੇਵ ਜੀ ਅਤੇ ਮਰਦਾਨਾ ਵੀ ਪੈਦਲ ਹੀ ਜਾ ਰਹੇ ਸੀ, ਅਤੇ ਜਿਸ ਕਰਕੇ ਜਦੋਂ ਇੱਕ ਪਿੰਡ ਵਿੱਚ ਪੁੱਜੇ ਤਾਂ ਉਹਨਾਂ ਨੂੰ ਮਰਦਾਨੇ ਨੂੰ ਬਹੁਤ ਜ਼ੋਰ ਦੀ ਭੁੱਖ ਲੱਗੀ, ਵੀ ਉਹਦਾ ਭੁੱਖ ਨਾਲ ਬੜਾ ਬੁਰਾ ਹਾਲ ਹੋ ਗਿਆ। ਤਾਂ ਉਸਨੇ ਗੁਰੂ ਜੀ ਤੋਂ ਆਗਿਆ ਪਾ ਕੇ ਪਿੰਡ ਵਿੱਚ ਮੰਗਣ ਲਈ ਗਿਆ। ਲੋਕਾਂ ਨੇ ਉਹਨੂੰ ਖਾਣ ਪੀਣ ਲਈ ਤਾਂ ਕੀ ਦੇਣਾ ਸੀ, ਬਲਕਿ ਉਹਨਾਂ ਨੂੰ ਗਾਲਾਂ ਕੱਢਣ ਲੱਗੇ। ਤਾਂ ਇਹ ਆ ਕਿ ਉਹਨੇ ਗੁਰੂ ਜੀ ਨੂੰ ਦੱਸਿਆ ਵੀ ਮੈਨੂੰ ਲੋਕਾਂ ਨੇ ਬੜੀਆਂ ਗਾਲਾਂ ਦਿੱਤੀਆਂ, ਤਾਂ ਗੁਰੂ ਜੀ ਸੀ ਜਿਹੜੇ ਮੁਸਕਰਾ ਪਏ। ਠੀਕ ਹੈ, ਜੋ ਇਹਦੇ ਪਿੱਛੇ ਮਰਦਾਨੇ ਦੇ ਪਿੱਛੇ ਪਿੱਛੇ ਹੀ ਲੋਕੀ ਵੀ ਆ ਗਏ ਅਤੇ ਉਹਨਾਂ ਨੇ ਗੁਰੂ ਜੀ ਨੂੰ ਵੀ ਚੰਗਾ ਮਾੜਾ ਕਿਹਾ। ਤਾਂ ਗੁਰੂ ਜੀ ਨੇ ਉਹਨਾਂ ਨੂੰ ਕੀ ਕਿਹਾ, ਪਿੰਡ ਤੋਂ ਜਦੋਂ ਬਾਹਰ ਜਾਣ ਲੱਗੇ ਤਾਂ ਉਹਨਾਂ ਨੇ ਕਿਹਾ ਵੀ ਭਾਈ ਸੱਜਣੋ ਬਸਦੇ ਰਹੋ, ਬਸਦੇ ਰਹੋ, ਭਾਵ ਤੁਸੀਂ ਇੱਥੇ ਹੀ ਰਹੋ। ਨੈਕਸਟ ਪੇਜ 'ਤੇ ਆ ਜਾਓ ਬੇਟਾ। ਫਸਟ, ਇੰਨਾ ਕਹਿ ਕੇ ਬਾਬਾ ਜੀ ਅਤੇ ਮਰਦਾਨਾ ਅਗਲੇ ਪਿੰਡ ਨੂੰ ਚੱਲ ਪਏ। ਉਹਨਾਂ ਨੇ ਉਸ ਪਿੰਡ ਦੇ ਬਾਹਰ ਜਾ ਕੇ ਡੇਰਾ ਜਮਾ ਲਿਆ। ਡੇਰਾ ਜਮਾ ਲਿਆ ਮਤਲਬ ਇੱਕ ਥਾਂ 'ਤੇ ਟਿਕ ਕੇ ਬੈਠ ਗਏ।
ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ 2 ਸਾਧੂ ਉਹਨਾਂ ਦੇ ਪਿੰਡ ਆਏ ਹਨ ਤਾਂ ਬੜੇ ਖੁਸ਼ ਹੋਏ। ਉਹ ਬਾਬਾ ਜੀ ਤੇ ਮਰਦਾਨੇ ਪਾਸੋਂ ਕੀਰਤਨ ਸੁਣ ਕੇ ਨਿਹਾਲ ਹੋ ਗਏ। ਨਿਹਾਲ ਮੈਨੇ ਹੁੰਦਾ ਬੇਟਾ ਖੁਸ਼ ਹੋ ਜਾਣਾ, ਠੀਕ ਹੈ। ਉਹਨਾਂ ਨੇ ਬਾਬਾ ਜੀ ਨੂੰ ਪਿੰਡ ਚੱਲ ਕੇ ਜਲਪਾਨ ਕਰਨ ਲਈ ਕਿਹਾ। ਜਲਪਾਨ ਦਾ ਅਰਥ ਕੀ ਹੁੰਦਾ ਹੈ? ਖਾਣ ਪੀਣ ਦੇ ਲਈ ਕਿਹਾ। ਪਰ ਜਦੋਂ ਬਾਬਾ ਜੀ ਨੇ ਥੋੜ੍ਹੀ ਨਾਂਹ ਨੁੱਕਰ ਕੀਤੀ ਤਾਂ ਉਹ ਕਈ ਤਰ੍ਹਾਂ ਦੇ ਵਿਅੰਜਨ ਮੈਨੇ ਹੁੰਦਾ ਤਰ੍ਹਾਂ ਤਰ੍ਹਾਂ ਦੇ ਖਾਣੇ ਬਣਾ ਕੇ ਲੈ ਆਏ। ਮਰਦਾਨਾ ਇੰਨੇ ਸਵਾਦੀ ਵਿਅੰਜਨ ਖਾ ਕੇ ਬੜਾ ਖੁਸ਼ ਹੋਇਆ। ਉਹ ਉਸ ਪਿੰਡ ਵਿੱਚ ਕੁਝ ਦਿਨ ਰਹੇ। ਜਦੋਂ ਤੁਰਨ ਲੱਗੇ ਤਾਂ ਉਹਨਾਂ ਨੇ ਪਿੰਡ ਵਾਲਿਆਂ ਨੂੰ ਅਸੀਸ ਦਿੰਦਿਆਂ ਕਿਹਾ, ਉੱਜੜ ਜਾਓ, ਉੱਜੜ ਜਾਓ। ਠੀਕ ਹੈ। ਮਰਦਾਨਾ ਬਾਬਾ ਜੀ ਕੋਲੋਂ ਇਸ ਪਿੰਡ ਵਾਲਿਆਂ ਪ੍ਰਤੀ ਅਜਿਹੇ ਆਸ਼ੀਰਵਾਦ ਰੂਪੀ ਸ਼ਬਦ ਸੁਣ ਕੇ ਹੈਰਾਨ ਰਹਿ ਗਿਆ। ਬਾਬਾ ਜੀ ਉਸ ਦੀ ਹੈਰਾਨੀ ਨੂੰ ਮਹਿਸੂਸ ਕਰਕੇ ਹੱਸ ਪਏ ਤੇ ਬੋਲੇ, ਮਰਦਾਨਿਆਂ, ਪਹਿਲੇ ਪਿੰਡ ਵਿੱਚ ਭ੍ਰਿਸ਼ਟ ਅਤੇ ਨੀਚ ਲੋਕ ਵੱਸਦੇ ਹਨ। ਉਹਨਾਂ ਨੂੰ ਵੱਸਦੇ ਰਹੋ ਕਿਹਾ, ਇਸ ਕਰਕੇ ਕਿਹਾ ਤਾਂ ਜੋ ਉਹ ਉੱਥੇ ਹੀ ਵਸੇ ਰਹਿਣ ਤੇ ਦੂਜੀ ਜਗ੍ਹਾ 'ਤੇ ਜਾ ਕੇ ਆਪਣੀ ਨੀਚਤਾ ਨਾ ਖਿਲਾਰਨ। ਭ੍ਰਿਸ਼ਟ ਮੈਨੇ ਹੁੰਦਾ ਬੇਟਾ ਭੈੜੇ, ਬੁਰੇ ਲੋਕ। ਨੈਕਸਟ ਪੇਜ 'ਤੇ ਆਓ ਬੇਟਾ। ਬਾਲੇ ਨੇਕ ਇਨਸਾਨ ਹਨ, ਇਸ ਕਰਕੇ ਉਹਨਾਂ ਨੂੰ ਉੱਜੜ ਜਾਵੋ ਕਿਹਾ। ਉਹ ਕਿਉਂਕਿ ਜਿੱਥੇ ਵੀ ਉਹ ਜਾਣਗੇ ਨੇਕੀ ਹੀ ਵੰਡਣਗੇ। ਬਾਬਾ ਜੀ ਦੇ ਬਚਨ ਸੁਣ ਕੇ ਮਰਦਾਨਾ ਗੁਰੂ ਜੀ ਦੇ ਚਰਨੀ ਪੈਂਦਾ ਹੋਇਆ ਬੋਲਿਆ, ਬਾਬਾ ਜੀ ਤੁਸੀਂ ਧੰਨ ਹੋ, ਤੁਹਾਡੀ ਸੋਚ ਦੇ ਮੈਂ ਕੁਰਬਾਨ ਜਾਂਦਾ ਹਾਂ। ਕੁਰਬਾਨ ਦਾ ਅਰਥ ਹੁੰਦਾ ਬਲਿਹਾਰੇ ਜਾਣਾ। ਠੀਕ ਹੈ ਬੇਟਾ। ਹੁਣ ਦੇਖੋ ਦੂਸਰੇ ਪਿੰਡ ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਪਹੁੰਚਦੇ ਆ ਤਾਂ ਜਦੋਂ ਉਹ ਇੱਕ ਥਾਂ ਦੇ ਉੱਤੇ ਬੈਠ ਗਏ, ਲੋਕਾਂ ਨੂੰ ਪਤਾ ਲੱਗਿਆ ਵੀ ਸਾਡੇ ਪਿੰਡ ਦੇ ਵਿੱਚ 2 ਸਾਧੂ ਆਏ ਆ, ਤਾਂ ਉਹ ਲੋਕ ਬੜੇ ਦਰਸ਼ਨ ਕਰਨ ਦੇ ਲਈ ਆਏ, ਬਲਕਿ ਕੀਰਤਨ ਸੁਣ ਕੇ ਵੀ ਬੜਾ ਖੁਸ਼ ਹੋਏ ਅਤੇ ਉਹਨਾਂ ਨੇ ਗੁਰੂ ਜੀ ਨੂੰ ਬਿਨਾਂ ਮੰਗੇ ਹੀ ਖਾਣ ਪੀਣ ਲਈ ਕਿਹਾ। ਪਰ ਉਹਨਾਂ ਨੇ ਨਾ ਨੁੱਕਰ ਕਰਨ 'ਤੇ ਬਹੁਤ ਸਵਾਦਲੇ ਅਤੇ ਤਰ੍ਹਾਂ ਤਰ੍ਹਾਂ ਦੇ ਖਾਣ ਪੀਣ ਦਾ ਸਮਾਨ ਬਣਾ ਕੇ ਉਹ ਗੁਰੂ ਜੀ ਅਤੇ ਮਰਦਾਨੇ ਲਈ ਲੈ ਆਏ। ਜਿੱਥੇ ਕਿ ਮਰਦਾਨੇ ਨੇ ਉਹ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ, ਸਵਾਦਲੀਆਂ ਚੀਜ਼ਾਂ ਖਾਧੀਆਂ ਅਤੇ ਉਹ ਕਈ ਦਿਨ ਪਿੰਡ ਦੇ ਵਿੱਚ ਰੁਕੇ ਅਤੇ ਪਿੰਡ ਵਾਲਿਆਂ ਨੂੰ ਗੁਰੂ ਜੀ ਨੇ ਅਸੀਸ, ਜਦੋਂ ਵੀ ਉਹ ਪਿੰਡ ਛੱਡਣ ਲੱਗੇ ਤਾਂ ਇਹ ਅਸੀਸ ਦਿੱਤੀ ਕਿ ਉੱਜੜਦੇ ਰਹੋ, ਉੱਜੜ ਜਾਵੋ, ਉੱਜੜ ਜਾਵੋ। ਤਾਂ ਮਰਦਾਨਾ ਜੀ ਨੇ ਦੇਖਿਆ ਵੀ ਇਹਨਾਂ ਲੋਕਾਂ ਨੇ ਸਾਡੀ ਇੰਨੀ ਸੇਵਾ ਕੀਤੀ ਹੈ, ਫਿਰ ਵੀ ਗੁਰੂ ਜੀ ਨੇ ਇਹਨਾਂ ਨੂੰ ਕਿਹਾ ਉੱਜੜ ਜਾਵੋ। ਪਰ ਉਹਨਾਂ ਲੋਕਾਂ ਨੇ ਸਾਨੂੰ ਗਾਲਾਂ ਦਿੱਤੀਆਂ ਸੀਗੀਆਂ ਤਾਂ ਉਹਨਾਂ ਨੇ ਕਿਹਾ ਵੱਸਦੇ ਰਹੋ। ਠੀਕ ਹੈ। ਗੁਰੂ ਜੀ ਸਮਝ ਗਏ ਸੀ ਵੀ ਮਰਦਾਨਾ ਕੀ ਸੋਚ ਰਿਹਾ ਹੈ, ਤਾਂ ਗੁਰੂ ਜੀ ਹੱਸ ਕੇ ਬੋਲੇ ਵੀ ਮਰਦਾਨਿਆਂ, ਜਿਹੜੇ ਪਿੰਡ ਵਿੱਚ ਆਪਾਂ ਪਹਿਲਾਂ ਗਏ ਸੀ ਉੱਥੋਂ ਦੇ ਲੋਕ ਸੀ ਜਿਹੜੇ ਬੜੇ ਬੁਰੇ ਅਤੇ ਭ੍ਰਿਸ਼ਟ ਸੀਗੇ। ਠੀਕ ਹੈ। ਇਸ ਕਰਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਵੱਸਦੇ ਰਹੋ, ਵੀ ਭਾਵ ਤੁਸੀਂ ਇੱਕ ਥਾਂ 'ਤੇ ਹੀ ਰਹੋ ਕਿਉਂਕਿ ਜਿੱਥੇ ਵੀ ਜਾਣਗੇ ਤਾਂ ਆਪਣੀ ਬੁਰਾਈ ਹੈ ਜਿਹੜੀ ਉਹ ਫੈਲਾਉਣਗੇ, ਇਸ ਲਈ ਉਹਨਾਂ ਨੂੰ ਵੱਸਦੇ ਰਹੋ ਕਿਹਾ। ਇਸ ਪਿੰਡ ਦੇ ਲੋਕ ਬਹੁਤ ਚੰਗੇ ਸੀਗੇ। ਇਹ ਲੋਕ ਜਿੱਥੇ ਵੀ ਜਾਣਗੇ ਤਾਂ ਆਪਣੀ ਚੰਗਿਆਈ ਹੀ ਫੈਲਾਉਣਗੇ। ਠੀਕ ਹੈ। ਇਸ ਲਈ ਚੰਗੇ ਲੋਕਾਂ ਨੂੰ ਉੱਜੜ ਜਾਵੋ ਦਾ ਆਸ਼ੀਰਵਾਦ ਦਿੱਤਾ। ਤਾਂ ਇਹ ਸੁਣ ਕੇ ਮਰਦਾਨਾ ਸੀਗਾ ਜੋ ਗੁਰੂ ਜੀ ਦੇ ਪੈਰੀ ਪੈ ਗਿਆ। ਠੀਕ ਹੈ। ਵੀ ਤੁਹਾਡੀ ਸੋਚ ਹੈ ਜਿਹੜੀ ਬਹੁਤ ਉੱਚੀ ਹੈ, ਵਧੀਆ ਹੈ ਅਤੇ ਇਸ ਲਈ ਮੈਂ ਤੁਹਾਡੀ ਸੋਚ ਤੋਂ ਕੁਰਬਾਨ ਜਾਂਦਾ। ਇਹ ਤਾਂ ਸੀ ਬੇਟਾ ਇੱਕ ਛੋਟੀ ਜਿਹੀ ਸਾਖੀ। ਅਤੇ ਅੱਗੇ ਆ ਜਾਓ ਔਖੇ ਸ਼ਬਦਾਂ ਦੇ ਅਰਥ। ਜਿੱਦਾਂ ਫਸਟ ਹੈ ਉਦਾਸੀਆਂ। ਉਦਾਸੀਆਂ ਦਾ ਅਰਥ ਹੁੰਦਾ ਬੇਟਾ ਯਾਤਰਾਵਾਂ। ਠੀਕ ਹੈ। ਨੈਕਸਟ ਹੈ ਵਤੀਰੇ। ਵਤੀਰੇ ਦਾ ਅਰਥ ਹੁੰਦਾ ਵਿਵਹਾਰ। ਫਿਰ ਹੈ ਨਿਹਾਲ ਹੋ ਜਾਣਾ, ਖੁਸ਼ ਹੋ ਜਾਣਾ। ਵਿਅੰਜਨ। ਵਿਅੰਜਨ ਦਾ ਅਰਥ ਹੁੰਦਾ ਬੇਟਾ ਪਦਾਰਥ। ਨੇਕੀ ਦਾ ਅਰਥ ਹੁੰਦਾ ਬੇਟਾ ਚੰਗਿਆਈ। ਵਿਆਕੂਲ ਹੋਣਾ, ਬੁਰਾ ਹਾਲ ਹੋਣਾ। ਡੇਰਾ ਜਮਾਉਣਾ, ਇੱਕ ਥਾਂ 'ਤੇ ਟਿਕ ਕੇ ਬੈਠ ਜਾਣਾ। ਜਲਪਾਨ। ਜਲਪਾਨ ਮੈਨੇ ਖਾਣ ਪੀਣ ਬਾਰੇ ਕਹਿਣਾ। ਭ੍ਰਿਸ਼ਟ। ਜਲਪਾਨ ਮਤਲਬ ਖਾਣਾ ਪੀਣਾ। ਭ੍ਰਿਸ਼ਟ ਭੈੜੇ, ਬੁਰੇ। ਕੁਰਬਾਨ ਜਾਣਾ, ਬਲਿਹਾਰ ਜਾਣਾ।
ਸੋ ਇਹ ਸੀ ਬੇਟਾ ਸ਼ਬਦ ਅਰਥ ਤੁਹਾਨੂੰ ਪੇਪਰ ਦੇ ਵਿੱਚ ਵੀ ਮੈਚਿੰਗ ਦੇ ਵਿੱਚ ਆਉਂਦੇ ਹੈ। ਇਹਨਾਂ ਨੂੰ ਸ਼ਬਦ ਅਰਥਾਂ ਨੂੰ ਯਾਦ ਕਰ ਲੈਣਾ ਹੈ ਅਤੇ ਲੈਸਨ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਹੈ। ਠੀਕ ਹੈ ਬੇਟਾ, ਇਹੀ ਹੈ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਚੰਗਿਆਈ ਕਰੋ, ਚੰਗੇ ਕੰਮ ਕਰੋ ਅਤੇ ਬੁਰਾਈ ਹੈ ਜਿਹੜੀ ਉਹ ਤੋਂ ਦੂਰ ਰਹੋ। ਠੀਕ ਹੈ ਬੇਟਾ, ਓਕੇ, ਟੇਕ ਕੇਅਰ, ਬਾਏ ਬਾਏ। चलो मैं वीडियो देखिए, मेरा बंद कर जाए देख चलो कर जाए।